ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵੀ ਦਵਿੰਦਰ ਕੌਰ। ਅੱਜ 19 ਨਵੰਬਰ ਹੈ, ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ। ਬਹੁਤ ਪਵਿੱਤਰ ਦਿਹਾੜਾ ਹੈ ਅਤੇ ਸਵੇਰ ਸਾਰ ਹੀ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਮੁਲਕ ਨੂੰ ਸੰਬੋਧਨ ਕੀਤਾ, ਲੋਕਾਂ ਨੂੰ ਸੰਬੋਧਨ ਕੀਤਾ ਅਤੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ। ਤੇ ਇਹ ਬਹੁਤ ਸਵਾਗਤਯੋਗ ਐਲਾਨ ਹੈ, ਪਰ ਨਾਲ ਹੀ ਇਹਦੇ ਨਾਲ ਬਹੁਤ ਸਾਰੇ ਖਦਸ਼ੇ ਨੇ, ਕਿਉਂਕਿ ਸਾਲ ਹੋ ਗਿਆ ਸੀ ਕਿਸਾਨਾਂ ਨੂੰ ਉੱਥੇ ਬੈਠਿਆਂ। 26 ਨਵੰਬਰ ਨੂੰ ਸਾਲ ਹੋ ਜਾਣਾ ਹੈ ਕਿਸਾਨਾਂ ਦਾ ਪ੍ਰੋਗਰਾਮ ਉਵੇਂ ਜਿਵੇਂ ਹੈ ਸੰਯੁਕਤ ਕਿਸਾਨ ਮੋਰਚੇ ਦਾ। ਤੇ 1 ਸਾਲ ਕਿਸਾਨਾਂ ਨੂੰ, ਆਮ ਲੋਕਾਂ ਨੂੰ ਉੱਥੇ ਖਪਣਾ ਪਿਆ, ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ। ਇਹ ਸਾਰੇ ਕੁਝ ਦੇ ਕੀ ਮਾਇਨੇ ਨੇ? ਪ੍ਰਧਾਨ ਮੰਤਰੀ ਦਾ ਕਹਿਣਾ ਕਿ ਉਹਨਾਂ ਦੀ ਸਰਕਾਰ ਨੇ ਬੜੀ ਨੇਕ ਨੀਤੀ ਨਾਲ ਇਹ ਬਿੱਲ ਲਿਆਂਦੇ ਸੀ, ਇਹ ਕਾਨੂੰਨ ਲਿਆਂਦੇ ਸੀ ਤੇ ਕਿਸਾਨਾਂ ਨੂੰ ਉਹ ਸਮਝਾ ਨਹੀਂ ਸਕੇ। ਇਹਦਾ ਉਹਨਾਂ ਨੂੰ ਬਹੁਤ, ਉਹਨਾਂ ਦਾ ਕਹਿਣਾ ਕਿ ਉਹਨਾਂ ਦੀ ਤਪੱਸਿਆ ਵਿੱਚ ਕਿਤੇ ਕਮੀ ਰਹਿ ਗਈ। ਸੋ ਇਹ ਸਾਰੇ ਕੁਝ ਦੇ ਅਰਥ ਸਿਆਸੀ ਤੌਰ ਤੇ ਕੀ ਨੇ, ਸਮਾਜਿਕ ਤੌਰ ਤੇ ਕੀ ਨੇ, ਤੇ ਕਿਸਾਨੀ ਤੇ ਲੋਕਾਂ ਦੀ ਆਰਥਿਕਤਾ ਲਈ, ਮੁਲਕ ਲਈ ਕੀ ਨੇ? ਆਪਾਂ ਗੱਲਬਾਤ ਕਰਦੇ ਹਾਂ। ਸਾਡੇ ਕੋਲ ਸਟੂਡੀਓ ਵਿੱਚ ਨੇ ਸੀਨੀਅਰ ਪੱਤਰਕਾਰ ਹਮੀਰ ਸਿੰਘ। ਹਮੀਰ ਸਿੰਘ ਜੀ, ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਮੀਰ ਸਿੰਘ ਜੀ, ਇਹ ਸਾਰੇ ਕੁਝ ਦੇ ਅੱਜ ਦੇ ਜਿਹੜੇ ਸਾਰੇ ਘਟਨਾਕ੍ਰਮ ਦੇ ਬਾਅਦ ਤੁਹਾਡੇ ਲਈ ਤੁਸੀਂ ਕਿਸ ਤਰ੍ਹਾਂ ਸੋਚਦੇ ਹੋ ਕਿ ਇਹਦੇ ਵੱਖ-ਵੱਖ ਤਰ੍ਹਾਂ ਕੀ ਮਾਇਨੇ ਨੇ? ਅਸਲ ਦੇ ਵਿੱਚ ਲਗਭਗ 1 ਹਫ਼ਤਾ ਬਚਿਆ ਤੇ ਪੂਰਾ ਸਾਲ ਤਾਂ ਦਿੱਲੀ 'ਚ ਇਸ ਅੰਦੋਲਨ ਨੂੰ ਹੋਣ ਜਾ ਰਿਹਾ। ਕਿਉਂਕਿ ਇਸ ਅੰਦੋਲਨ ਦੇ ਵਿੱਚ ਅਸਲ 'ਚ ਲੜਾਈ ਬੜੇ ਲੰਮੇ ਸਮੇਂ ਤੋਂ ਹੀ ਮੰਨੀ ਜਾਂਦੀ ਸੀ। ਪ੍ਰਧਾਨ ਮੰਤਰੀ ਬਾਰੇ ਇਹ ਕਿਹਾ ਜਾਂਦਾ ਸੀ ਕਿ ਉਹ ਅੜੀਅਲ ਨੇ, ਮੰਨਦੇ ਨਹੀਂ, 56 ਇੰਚ ਦੀ ਛਾਤੀ ਹੈ, ਬਾਕੀ ਚੀਜ਼ਾਂ ਨੇ। ਨੋਟਬੰਦੀ ਤੋਂ ਲੈ ਕੇ ਖੈਰ ਅੱਜ ਤੱਕ ਉਹਨੇ ਕੋਈ ਵਾਪਸ ਲਏ ਵੀ ਨਹੀਂ। ਲਗਾਤਾਰ ਜਿੰਨੇ ਕਾਨੂੰਨ ਉਹਦਾ ਜਿੰਨਾ ਮਰਜ਼ੀ ਨੁਕਸਾਨ ਹੋ ਗਿਆ, ਜਿੰਨਾ ਮਰਜ਼ੀ ਘਾਟਾ ਪੈ ਗਿਆ। ਇਹ ਆਦਤ ਉਹਨਾਂ ਦੀ ਅੱਜ ਦੇ ਲੈਕਚਰ 'ਚੋਂ ਵੀ ਦਿਖਾਈ ਦਿੰਦੀ ਹੈ। ਉਹ ਇਹ ਨਹੀਂ ਮੰਨ ਰਹੇ ਕਿ ਸਾਡੇ ਤੋਂ ਗਲਤੀ ਹੋਈ ਹੈ। ਉਹ ਅੱਜ ਵੀ ਕਹਿੰਦੇ ਇਹੀ ਨੇ ਕਿ ਅਸੀਂ ਅਸਲ ਦੇ ਵਿੱਚ ਚੰਗਾ ਕੀਤਾ ਸੀ। ਕਿਸਾਨਾਂ ਦੀ ਆਮਦਨ ਵਧਾਉਣ ਦਾ ਸਵਾਲ ਸੀ, ਕਿਸਾਨਾਂ ਦੀ ਜ਼ਿੰਦਗੀ ਸੁਧਾਰਨ ਦਾ ਸਵਾਲ ਸੀ। ਉਹਦੇ 'ਚ ਇਹ ਮੀਲ ਦੇ ਪੱਥਰ ਵਰਗੇ ਸੀਗੇ 3 ਕਾਨੂੰਨ ਜਿਹੜੇ ਲਿਆਂਦੇ ਗਏ। ਪਰ ਇੱਕ ਛੋਟੇ ਵਰਗ ਵੱਲੋਂ ਨਹੀਂ ਸਮਝਿਆ ਗਿਆ ਇਸ ਗੱਲ ਨੂੰ, ਔਰ ਅਸੀਂ ਸਮਝਾਉਣ 'ਚ ਨਾਕਾਮਯਾਬ ਹੋ ਰਹੇ, ਜਦ ਕਿ ਕਰੋੜਾਂ ਲੋਕਾਂ ਨੇ ਇਹਨੂੰ ਵੈਲਕਮ ਕੀਤਾ, ਕਿਸਾਨਾਂ ਨੇ ਇਹਨੂੰ ਇਹਦਾ ਸਵਾਗਤ ਕੀਤਾ। ਇਸ ਕਰਕੇ ਕਿਉਂਕਿ ਉਹ ਬੈਠੇ ਰਹੇ ਨੇ, ਸਟਰਗਲ ਕਰ ਰਹੇ ਨੇ, ਅੰਦੋਲਨ ਕਰ ਰਹੇ ਨੇ, ਇਸ ਲਈ ਅਸੀਂ ਗੁਰਪੁਰਬ ਦੇ ਉੱਤੇ ਇਹਨੂੰ ਵਾਪਸ ਲੈਣ ਦਾ ਐਲਾਨ ਕਰਦੇ ਹਾਂ। 3 ਕਾਨੂੰਨ ਜਿਹੜੇ ਨੇ ਪਾਰਲੀਮੈਂਟ ਦੇ ਐਸੇ ਸੈਸ਼ਨ 'ਚ, ਜਿਹੜਾ ਸੈਸ਼ਨ ਆਏਗਾ 29 ਤਰੀਕ ਤੋਂ ਸ਼ੁਰੂ ਹੋਣਾ ਹੈ, ਉਹਦੇ 'ਚ ਅਸੀਂ ਇਹਨੂੰ ਵਾਪਸ ਲੈ ਲਾਂਗੇ ਕਾਨੂੰਨੀ ਪ੍ਰਕਿਰਿਆ ਦੇ ਥਰੂ। ਇਹਦੇ 'ਚ ਮਤਲਬ ਇਹ ਹੈ ਕਿ ਪ੍ਰਧਾਨ ਮੰਤਰੀ ਮਨੋਂ ਨਹੀਂ ਮੰਨ ਰਹੇ ਕਿ ਨਾ ਇਹ ਗਲਤੀ ਹੈ, ਨਾ ਉਹ ਮਨੋਂ ਇਹ ਮੰਨ ਰਹੇ ਨੇ ਕਿ ਅਸੀਂ ਮਤਲਬ ਕੋਈ ਖੇਤੀ ਦੇ ਬਾਰੇ 'ਚ ਕੋਈ ਹੋਰ ਗੱਲ ਕਰਨ ਦੀ ਲੋੜ ਹੈ, ਤੇ ਨਾ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ, ਮੰਨਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਕਿਸਾਨ ਲੀਡਰਾਂ ਦੇ ਦਬਾਅ ਹੇਠ ਕਰ ਰਹੇ ਹਾਂ। ਮੇਰਾ ਖਿਆਲ ਹੈ, ਮੈਂ ਵਿੱਚੋਂ ਟੋਕਾਂਗੀ, ਸ਼ਾਇਦ ਉਹ ਮੰਨੇ ਹੋਏ ਜਾਪਦੇ ਜਾਂ ਲੱਗਣਾ ਨਹੀਂ ਚਾਹੁੰਦੇ ਕਿ ਉਹ ਮੰਨੇ ਨੇ। ਇਸੇ ਲਈ ਉਹ ਇੱਕ ਵਰਤਾਂਤ ਹੁਣ ਸਿਰਜਣਾ ਚਾਹੁੰਦੇ ਨੇ। ਅਸਲ 'ਚ ਗੱਲ ਕੀ ਹੈ, ਜਿਹੜੀ ਕਿਸਾਨ ਮੋਰਚੇ ਨੇ, ਸੰਯੁਕਤ ਕਿਸਾਨ ਮੋਰਚੇ ਨੇ ਇੱਕ ਆਪਣੀ ਰਣਨੀਤੀ ਬਦਲੀ ਅੰਦੋਲਨ ਦੇ ਦੌਰਾਨ। ਪੱਛਮੀ ਬੰਗਾਲ ਸਮੇਤ 5 ਰਾਜਾਂ ਦੇ ਵਿੱਚ ਜਿਹੜੀ ਪਹਿਲਾਂ ਲਾਗੂ ਕੀਤੀ ਗਈ, ਉਹ 'ਚ ਸੀ, ਉਹ ਨਾਅਰਾ ਸੀ ਵੋਟ ਦੀ ਚੋਟ। ਤੇ ਉਹਨਾਂ ਨੂੰ ਲੱਗਦਾ ਸੀ ਕਿ ਸਿਆਸਤਦਾਨ, ਖਾਸ ਤੌਰ ਤੇ ਬੀਜੇਪੀ ਜਾਂ ਮੋਦੀ ਵਰਗੇ ਬੰਦੇ, ਕੇਵਲ ਮਤਲਬ ਵੋਟ ਤੋਂ ਹੀ, ਜੇ ਵੋਟ ਦਾ ਕੋਈ ਘਾਟਾ ਪੈਂਦਾ ਜਾਂ ਲਾਸ ਹੁੰਦਾ ਉਹਨੂੰ ਹੀ ਦੇਖਦੇ ਨੇ, ਬਾਕੀ ਚੀਜ਼ਾਂ ਉਹਨਾਂ ਲਈ ਕੋਈ ਮਾਇਨੇ ਨਹੀਂ ਰੱਖਦੀਆਂ। ਤੇ ਇਸੇ ਲਈ ਉਹ ਬੰਗਾਲ 'ਚ ਵੀ ਅਸਰ ਦਿਖਿਆ। ਉਹ 'ਚ ਕਿਸਾਨ ਅੰਦੋਲਨ ਦਾ ਕਿੰਨਾ ਸੀ, ਬਾਕੀ TMC ਦਾ ਕਿੰਨਾ ਸੀ, ਉਹ ਅਲੱਗ ਛੱਡੋ, ਪਰ ਬੰਗਾਲ ਦੇ ਵਿੱਚ ਜਿੰਨਾ ਜ਼ੋਰ ਬੀਜੇਪੀ ਦਾ ਲੱਗਿਆ ਸੀ, ਉਹ ਸਾਰਾ ਉਲਟਾ ਪੈਂਦਾ ਨਜ਼ਰ ਆਇਆ। ਉਦੋਂ ਬਾਅਦ ਫੇਰ ਲਗਾਤਾਰ ਹੁਣ 5 ਸਟੇਟਾਂ ਦੀਆਂ ਚੋਣਾਂ ਆ ਰਹੀਆਂ, ਜਿਹਦੇ 'ਚ ਖਾਸ ਤੌਰ ਤੇ ਯੂਪੀ, ਪੰਜਾਬ, ਉੱਤਰਾਖੰਡ ਇਹ ਹੈਗੇ ਨੇ। ਹੁਣ ਯੂਪੀ ਐਡੀ ਵੱਡੀ ਸਟੇਟ ਹੈ ਜਿਹੜੀ ਮੰਨੀ ਜਾਂਦੀ ਹੈ ਕਿ ਯੂਪੀ ਦੇ ਵਿੱਚ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਜਾਂਦੀ ਹੈ, ਕੁਰਸੀ ਤੱਕ ਪਹੁੰਚਣ ਦਾ ਰਸਤਾ ਯੂਪੀ ਰਾਹੀਂ ਜਾਂਦਾ ਹੈ। ਤੇ ਜਿਹੜਾ ਪਿਛਲੇ ਦਿਨਾਂ ਦੇ ਵਿੱਚੋਂ ਖਾਸ ਤੌਰ ਤੇ ਯੂਪੀ ਦੇ ਵਿੱਚ ਇੱਕ ਮਾਹੌਲ ਬਣਿਆ, ਬਹੁਤ ਕੋਸ਼ਿਸ਼ ਕੀਤੀ ਬੀਜੇਪੀ ਨੇ ਪਿਛਲੇ ਸਮੇਂ 'ਚ। ਜੋਗੀ ਆਪ ਇਸ ਪੱਛਮੀ ਯੂਪੀ ਦੇ ਏਰੀਏ 'ਚ ਆਇਆ ਤਾਂ ਦੁਫੇੜ ਪਾਉਣ ਦੀ। ਅੰਦੋਲਨ ਨੇ ਕੀ ਕੰਮ ਕੀਤਾ? ਸਭ ਤੋਂ ਵੱਡਾ ਕੰਮ ਜਿਹੜਾ ਬੀਜੇਪੀ ਦੀ ਕੋਸ਼ਿਸ਼ ਦੇ ਬਾਵਜੂਦ, ਉਹ ਜਿਹੜਾ ਤੋੜਨ ਦਾ ਸਵਾਲ ਸੀ ਪਹਿਲਾਂ, ਕਿਉਂਕਿ ਕਿਸਾਨ ਅੰਦੋਲਨ ਨੇ ਇੱਕ ਸੱਦਾ ਦਿੱਤਾ ਸੀ ਜਦੋਂ ਪਾਰਲੀਮੈਂਟ ਦਾ ਮਾਨਸੂਨ ਸੈਸ਼ਨ ਚੱਲਿਆ। ਉਹ ਸੱਦਾ ਸੀ, ਇਹ 2 ਤਰੀਕ ਦਾ ਸੱਦਾ, ਇਹ ਤੋੜਨਗੇ ਅਸੀਂ ਜੋੜਾਂਗੇ। ਮੁਜ਼ੱਫਰਨਗਰ ਪੰਚਾਇਤ ਤੋਂ ਸ਼ੁਰੂ ਹੋਇਆ ਤੇ ਉੱਥੇ ਤੱਕ ਉਹਨਾਂ ਨੇ ਉਹ ਟੁੱਟੀ, ਜਿਹੜੀ ਮੁਜ਼ੱਫਰਨਗਰ ਦੰਗਾ ਹੋਇਆ ਸੀ ਕਿਸਾਨਾਂ, ਹਿੰਦੂਆਂ ਤੇ ਮੁਸਲਮਾਨਾਂ ਦੇ ਵਿੱਚ, ਉਹਨੂੰ ਜੋੜ ਮਾਰਤਾ, ਬੰਨ ਮਾਰਤਾ। ਤੇ ਹੁਣ ਬੀਜੇਪੀ ਦੇ ਕਹਿੰਦੇ ਨੇ ਇੰਟਰਨਲ ਸਰਵੇ ਨੇ ਆਪਦੇ, ਕਿ ਨਹੀਂ ਉਹ ਜੋੜ ਹੁਣ ਟੁੱਟ ਨਹੀਂ ਰਿਹਾ,
ਕਿਸਾਨ ਕਿਸਾਨ ਦੇ ਤੌਰ ਤੇ ਇਕੱਠਾ ਹੋ ਗਿਆ, ਧਾਰਮਿਕ ਪਛਾਣਾਂ ਦੀ ਬਜਾਏ। ਕਿਉਂਕਿ ਕਿੰਨੀਆਂ ਹੀ ਪਛਾਣਾਂ ਹੁੰਦੀਆਂ ਨੇ ਮਨੁੱਖ ਦੀਆਂ, ਬੋਲੀ ਦੀ ਵੀ ਹੁੰਦੀ ਹੈ, ਧਰਮ ਦੀ ਵੀ ਹੁੰਦੀ ਹੈ, ਖੇਤਰ ਦੀ ਹੁੰਦੀ ਹੈ। ਕਿੱਤੇ ਦੀ ਪਛਾਣ ਇਸ ਸਮੇਂ ਨੰਬਰ 1 ਬਣ ਗਈ ਹੈ ਇਸ ਅੰਦੋਲਨ ਦੇ ਵਿੱਚ। ਇਹਦੇ ਕਰਕੇ ਉਹਨਾਂ ਨੂੰ ਇਹ ਲੱਗਿਆ, ਜੇ ਪਿਛਲੇ ਦਿਨਾਂ 'ਚੋਂ ਤੁਸੀਂ ਦੇਖਦੇ ਹੋਵੋਗੇ ਬੀਜੇਪੀ ਦੇ ਅੰਦਰੋਂ ਕਿੰਨੇ ਆਗੂ ਬੋਲਣੇ ਸ਼ੁਰੂ ਹੋਏ, ਕਿਉਂਕਿ ਉਹਨਾਂ ਨੂੰ ਪੋਲੀਟੀਕਲ ਲਾਸ ਲੱਗਦਾ ਸੀ। ਸਭ ਤੋਂ ਜ਼ਿਆਦਾ ਜੇਕਰ ਕ੍ਰੈਡਿਟ ਜਾਂਦਾ ਬੋਲਣ ਦਾ ਬੀਜੇਪੀ ਦੇ ਅੰਦਰੋਂ, ਉਹ ਸਤਪਾਲ ਮਲਿਕ ਹੈ। ਮਲਿਕ ਨੇ ਬਾਰ-ਬਾਰ ਇਹ ਕਿਹਾ ਵੀ ਤੁਸੀਂ ਪੰਗਾ ਨਾ ਲਓ, ਇਹ 300 ਸਾਲ ਲੜਦੇ ਰਹੇ, ਇਹਨਾਂ ਨੂੰ ਖਾਲੀ ਹੱਥ ਨਾ ਭੇਜੋ, ਇਹ ਬਾਕੀ ਚੀਜ਼ਾਂ ਨੇ। ਫਿਰ ਵਰਨ ਗਾਂਧੀ ਵੀ ਬੋਲਿਆ ਉਦੋਂ, ਮੁਜ਼ੱਫਰਨਗਰ ਤੋਂ ਲੈ ਕੇ ਮੇਨਕਾ ਗਾਂਧੀ ਬੋਲੀ। ਉਹਦੇ ਤੋਂ ਬਿਨਾਂ ਆਹ ਜਿਹੜੇ ਹਰਿਆਣੇ ਵਾਲੇ 2 ਜਾਟ ਲੀਡਰ ਸੀਗੇ, ਜਿਹੜਾ ਚੌਧਰੀ ਬਰਿੰਦਰ ਸਿੰਘ ਤੇ ਇੰਦਰਜੀਤ ਰਾਓ ਵਗੈਰਾ, ਉਹ ਵੀ ਬੋਲੇ। ਇਹਦਾ ਮਤਲਬ ਅੰਦਰ ਵੀ ਜਿਹੜਾ ਇੱਕ ਇਸ ਲੈਵਲ ਦਾ ਮੰਥਨ ਚੱਲ ਰਿਹਾ ਸੀ ਕਿ ਨਹੀਂ ਹੋਣੀ। ਕੁਝ ਅੰਦਰੋਂ ਬੋਲ ਨਹੀਂ ਰਹੇ, ਅੰਦਰੋਂ ਨਾਲ ਹੋ ਗਏ ਹੋਣਗੇ, ਉਹਨਾਂ ਨੂੰ ਵੀ ਜਾਪਦਾ ਹੋਏਗਾ ਨਾ, ਬਹੁਤ ਸਾਰੇ ਬੋਲੇ ਨਹੀਂ ਪ੍ਰੋਟੋਕੋਲ ਦੇ ਡਰੋਂ। ਨਹੀਂ, ਬੋਲਦੇ ਤਾਂ ਥੋੜੇ ਬੰਦੇ ਹੁੰਦੇ ਨੇ, ਪਰ ਅੰਦਰ ਉਹਦਾ ਅਸਰ ਬਹੁਤ ਜ਼ਿਆਦਾ ਵੱਡਾ ਹੁੰਦਾ। ਇਹਦਾ ਮਤਲਬ ਸਾਰੇ ਲੋਕ ਬੋਲ ਨਹੀਂ ਸਕਦੇ। ਉਹ ਸਾਰੀ ਕੈਲਕੂਲੇਸ਼ਨ ਕਰਕੇ ਤਾਮਝਾਮ ਉਹਦੇ 'ਚ ਫਿਰ ਪ੍ਰਧਾਨ ਮੰਤਰੀ ਨੇ ਸੋਚਿਆ ਵੀ ਕਰਨਾ ਤਾਂ ਪਊਗਾ ਹੀ, ਤਾਂ ਕਿਵੇਂ ਕੀਤਾ ਜਾਵੇ। ਕਰਨ ਲਈ ਫਿਰ ਉਹਨਾਂ ਨੇ ਜਿਹੜਾ ਦਿਨ ਚੁਣਿਆ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ ਉਤਸਵ, ਉਹਦਾ ਮਤਲਬ ਇਹ ਸੀ 2 ਗੱਲਾਂ ਚੁਣੀਆਂ ਇਹਨਾਂ ਨੇ। ਇੱਕ ਤਾਂ ਪੰਜਾਬ ਤੋਂ ਬੀਜੇਪੀ ਦੇ ਆਗੂ ਬੁਲਾ ਕੇ ਪਹਿਲਾਂ ਕਰਤਾਰਪੁਰ ਸਾਹਿਬ ਲਾਂਘਾ ਦੁਬਾਰਾ ਖੋਲਣ ਲਈ, ਤਾਂ ਕਿ ਬੀਜੇਪੀ ਨੂੰ ਕ੍ਰੈਡਿਟ ਮਿਲ ਜੇ, ਉਹਦਾ ਫਾਇਦਾ ਬੀਜੇਪੀ ਨੂੰ ਹੋ ਜਾਏ ਸਾਰੇ ਕਿਤੇ। ਤੇ ਮੈਂ ਮਹਿਸੂਸ ਕਰਾਂ, ਇੱਕ ਕਿਤਾਬਚਾ ਵੰਡਿਆ ਜਾ ਰਿਹਾ ਕਾਫੀ ਦੇਰ ਤੋਂ ਪੰਜਾਬ 'ਚ, ਕਿ ਪ੍ਰਧਾਨ ਮੰਤਰੀ ਕਿਵੇਂ ਸਿੱਖਾਂ ਦੇ ਲਈ ਫਾਇਦੇਮੰਦ ਨੇ, ਕੀ ਕਰ ਰਹੇ ਨੇ, ਕਿੰਨਾ ਨੇੜੇ ਨੇ, ਕਿੰਨਾ ਇਹ ਨੇ, ਇਹ ਟਰਾਈ ਕਰ ਰਹੇ ਨੇ। ਔਰ ਹੁਣ ਕਰਤਾਰਪੁਰ ਸਾਹਿਬ ਲਾਂਘੇ ਦਾ ਵੀ ਉਹਨਾਂ ਨੂੰ ਕ੍ਰੈਡਿਟ ਦੇਣ ਦੀ ਗੱਲ ਸੀ। ਤੇ ਆਹ ਤੀਜਾ ਆ ਗਿਆ ਕਿਸਾਨ ਅੰਦੋਲਨ ਦਾ। ਇਹਦੇ 'ਚ ਵੀ ਜੇ ਪ੍ਰਧਾਨ ਮੰਤਰੀ ਵਾਕਈ ਡੈਮੋਕ੍ਰੈਟਿਕ ਵੈਲਿਊਜ਼ ਤੇ ਜਮਹੂਰੀ ਕਦਰਾਂ ਕੀਮਤਾਂ 'ਚ ਯਕੀਨ ਰੱਖਦੇ, ਤਾਂ ਤਰੀਕਾ ਇਹ ਸੀ ਕਿ ਇਦੋਂ ਪਹਿਲਾਂ ਕਿਸਾਨ ਆਗੂਆਂ ਨਾਲ ਮੀਟਿੰਗ ਕਰਦੇ, ਮੀਟਿੰਗ ਕਰਕੇ ਉਹਦੇ 'ਚ ਐਮੀਕੇਬਲ ਜਿਹੜਾ ਇੱਕ ਪਾਸੜਾ ਐਲਾਨ ਹੈ, ਹਾਲਾਂਕਿ ਇਹ ਸਵਾਗਤਯੋਗ ਐਲਾਨ ਹੈ, ਇਹ ਬਹੁਤ ਇਤਿਹਾਸਕ ਜਿੱਤ ਹੈ ਕਿਸਾਨ ਅੰਦੋਲਨ ਦੀ, ਇਹ 'ਚ ਕੋਈ ਦੋ ਰਾਮਾ ਨਹੀਂ ਹੈ। ਕਿਉਂਕਿ ਸਰਕਾਰ ਪਹਿਲੀ ਵਾਰ ਪਿੱਛੇ ਹਟੀ ਹੈ, ਇਸੇ ਲਈ ਇਹ ਇਤਿਹਾਸਕ ਜਿੱਤ ਹੈ। ਐਡਾ ਵੱਡਾ ਅੰਦੋਲਨ ਵੀ ਬੜੇ ਲੰਬੇ ਸਮੇਂ ਤੋਂ ਬਾਅਦ ਦਿਖਾਈ ਦਿੱਤਾ ਹੈ। ਉਹਦਾ ਅਸਰ ਤਾਂ, ਚਾਹੇ ਪ੍ਰਧਾਨ ਮੰਤਰੀ ਨੇ ਆਪਣੇ ਪੱਧਰ ਤੇ ਬੋਲਤਾ ਇਕੱਲੇ ਤੌਰ ਤੇ, ਪਰ ਸਾਰੀ ਦੁਨੀਆ ਨੂੰ ਪਤਾ ਕਿ ਉਹ ਅੰਦੋਲਨ ਦਾ ਹੀ ਅਸਰ ਹੈ। ਤੇ ਕੋਈ ਪ੍ਰਧਾਨ ਨਹੀਂ, ਉਹ ਕਰਦੇ ਵੀ ਇਦਾਂ ਹੀ ਹੁੰਦੇ ਨੇ ਕਿ ਉਹ ਆਪਣੇ ਤੌਰ ਤੇ ਹੀ ਆਪਣੇ ਵੱਲੋਂ ਹੀ ਸਾਰੇ ਫੈਸਲੇ ਸੁਣਾਉਂਦੇ। ਨਹੀਂ, ਜਿਹੜਾ ਵੀ ਫੈਸਲਾ ਵੀ ਸੁਣਾਇਆ, ਬਾਕੀ ਤਾਂ ਖੈਰ ਪਹਿਲੇ ਫੈਸਲੇ ਉਹਨੇ ਕਦੇ ਵਾਪਸ ਲੈਣ ਦੀ ਟਰਾਈ ਨਹੀਂ ਕੀਤੀ। ਇਹ ਫੈਸਲਾ ਜਿਹੜਾ ਵਾਪਸ ਵੀ ਹੋਇਆ, ਜੇ 11-12 ਵਾਰ ਦੀ ਗੇੜ ਦੀ ਗੱਲ ਹੋ ਚੁੱਕੀ ਹੈ ਕਿਸਾਨ ਜਥੇਬੰਦੀਆਂ ਨਾਲ ਸਰਕਾਰ ਦੀ, ਉਹਦੇ 'ਚ ਨਹੀਂ ਗੱਲ ਬਣੀ, ਤਾਂ ਜੇ ਅਗਲਾ ਫੈਸਲਾ ਤੁਸੀਂ ਕਰਨਾ ਹੀ ਸੀ ਤਾਂ ਉਹਨਾਂ ਨਾਲ ਮਿਲ ਕੇ ਕਰਦੇ ਤਾਂ ਸ਼ਾਇਦ ਹੋਰ ਸਮੂਥ ਹੋ ਜਾਂਦਾ, ਬੈਟਰ ਤਰੀਕੇ ਨਾਲ ਹੋ ਜਾਂਦਾ। ਪਰ ਇਹ ਕਿਹਾ ਜਾ ਰਿਹਾ ਕਿ ਅੱਜ ਹੀ ਯੂਪੀ ਦੇ ਵਿੱਚ ਇੱਕ ਬੜੀ ਰੈਲੀ ਵੀ ਕਰਨ ਜਾ ਰਹੇ ਨੇ ਪ੍ਰਧਾਨ ਮੰਤਰੀ, ਉੱਥੇ ਪੋਲੀਟੀਕਲ ਡਿਸਕੋਰਸ ਖੋਲ੍ਹਣਾ ਸੀ। ਤੇ ਉਹਦੇ ਪੈਰਲਲ 22 ਤਰੀਕ ਨੂੰ ਵੀ ਯੂਪੀ ਦੇ ਵਿੱਚ ਲਖਨਊ ਦੇ ਵਿੱਚ ਇੱਕ ਮਹਾਪੰਚਾਇਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਰੱਖੀ ਹੋਈ ਹੈ। ਤੇ ਇੱਕ ਹੋਰ ਐਲਾਨ ਕੀਤੇ ਹੋਏ ਨੇ ਕਿ 26 ਜਨਵਰੀ ਨੂੰ ਵੱਧ ਤੋਂ ਵੱਧ ਬਾਰਡਰਾਂ ਤੇ ਆਓ। 29 ਤੋਂ ਪਾਰਲੀਮੈਂਟ ਵੱਲ 500 ਦਾ ਜਥਾ ਜਾਇਆ ਕਰੇਗਾ ਹਰ ਰੋਜ਼ ਜਿੰਨਾ ਚਿਰ ਪਾਰਲੀਮੈਂਟ ਚੱਲੇਗਾ। ਇਹ ਪ੍ਰੈਸ਼ਰ ਵੀ ਨਾਲ ਨਾਲ ਅੱਗੇ ਚੱਲਦਾ ਜਾ ਰਿਹਾ ਸੀ। ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਮੇਰਾ ਖਿਆਲ ਹੈ ਇਹ ਮਜਬੂਰੀ ਬਣੀ ਹੈ ਸਰਕਾਰ ਦੀ, ਪਰ ਇਹ ਮਜਬੂਰੀ ਕਾਫੀ ਕੀਮਤ ਦੇ ਕੇ ਬਣੀ ਹੈ। ਔਰ ਜੇ ਉਹਦੇ 'ਚ ਜਿੰਨਾ ਮਹਿੰਗਾ ਹੈ ਉਹਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ। 700 ਤੋਂ ਜ਼ਿਆਦਾ ਜਾਨਾਂ ਚਲੀਆਂ ਗਈਆਂ ਨੇ, ਘਰਾਂ 'ਚ 70 ਵਿਸੇ ਨੇ। ਔਰ ਤੁਸੀਂ ਇਹੀ ਕਹਿੰਦੇ ਰਹੇ ਹੋ ਲਗਾਤਾਰ ਇਸ ਅੰਦੋਲਨ ਨੂੰ, ਅੱਜ ਤੱਕ ਦਾ ਜਿਹੜਾ ਵਰਤਾਂਤ ਸਿਰਜਿਆ, ਕਦੇ ਇਹ ਖਾਲਿਸਤਾਨੀਆਂ ਦਾ, ਮਾਓਵਾਦੀਆਂ ਦਾ, ਪਾਕਿਸਤਾਨ ਸਪਾਂਸਰ ਹੈ, ਫਲਾਨਾ ਹੈ, ਜੇ ਉਹ, ਕਦੇ ਮੁੱਠੀ ਭਰ ਕਿਸਾਨ ਨੇ, ਜੋ ਵੀ ਮਰਜ਼ੀ ਤੁਸੀਂ ਕਹਿੰਦੇ ਰਹੇ ਹੋ। ਪਰ ਉਹ ਸਾਰੇ ਮਾਮਲੇ ਦੇ ਵਿੱਚ ਜਿਹੜਾ ਇੱਕ ਤਰੀਕਾ ਚੱਲਿਆ ਹੁਣ ਤੱਕ, ਤੁਸੀਂ ਬਹੁਤ ਜ਼ਿਆਦਾ ਉਹਦੇ ਤੇ ਟਰਾਈ ਕੀਤੀ ਬਲੇਮ ਕਰਨ ਦੀ ਵੀ, ਮਤਲਬ ਇਲਜ਼ਾਮ ਲਾਉਣ ਦੀ ਵੀ, ਤੇ ਇਲਜ਼ਾਮ ਲਾਉਣ ਤੋਂ ਇਲਾਵਾ ਉਹਨਾਂ ਨੂੰ ਜਬਰੀ ਉਖਾੜਨ ਦੀ ਵੀ। ਜਿਸ ਤਰੀਕੇ ਨਾਲ ਕਦੇ ਉੱਥੇ ਸਿੰਘੂ ਆ ਕੇ ਰੋੜੇ ਮਾਰੇ, ਕਦੇ ਟਿੱਕਰੀ ਆ ਕੇ ਤੁਸੀਂ ਇਹ ਕੀਤਾ, ਫਿਰ ਉਹ ਸਾਰੀਆਂ ਕਿੱਲਾਂ ਲਾਤੀਆਂ ਨੀਚੇ, ਅੱਗੇ ਨਾ ਜਾਓ, ਰਾਹ ਰੋਕੇ। ਹੁਣ ਰਾਹ ਰੋਕੋ ਵੀ ਉਲਟਾ ਪੈ ਗਿਆ ਸਗੋਂ। ਜਦੋਂ ਸੁਪਰੀਮ ਕੋਰਟ ਨੇ ਪੁੱਛਿਆ, ਉਹ ਕਹਿੰਦੇ ਅਸੀਂ ਤਾਂ ਰਾਹ ਰੋਕਿਆ ਹੀ ਨਹੀਂ, ਰਾਹ ਖੁੱਲਾ ਛੱਡ ਦਿਓ, ਇਹ ਤਾਂ ਦਿੱਲੀ ਜਾਣਾ ਚਾਹੁੰਦੇ ਆ, ਰਾਹ ਤਾਂ ਤੁਸੀਂ ਰੋਕਿਆ, ਤੁਸੀਂ ਸਾਨੂੰ ਅੱਗੇ ਨਹੀਂ ਜਾਣ ਦਿੰਦੇ। ਇਸੇ ਕਰਕੇ ਹੁਣ ਕਿਸਾਨਾਂ ਨੇ ਦੁਬਾਰਾ ਕਰ ਲਿਆ ਵੀ ਹੁਣ ਰਾਹ ਖੋਲਤਾ, ਆਪਾਂ ਚਲੋ ਦਿੱਲੀ ਚੱਲਾਂਗੇ। ਜੇ ਫਿਰ ਰੋਕਣਗੇ ਪਤਾ ਲੱਗ ਜੂ ਰਾਹ ਕੌਣ ਰੋਕ ਰਿਹਾ। ਇਹ ਜਿਹੜਾ ਇੱਕ ਸਾਰਾ ਉਲਟ ਵਰਤਾਂਤ, ਸ਼ਾਇਦ ਪਹਿਲੀ ਵਾਰ ਮੈਨੂੰ ਲੱਗਦਾ ਮੋਦੀ ਗੌਰਮੈਂਟ ਨੂੰ ਇਹ ਅਹਿਸਾਸ ਹੋਇਆ ਹੋਵੇਗਾ ਕਿ ਜਦੋਂ ਨੈਸ਼ਨਲ ਲੈਵਲ ਦਾ ਟੋਟਲ 90-95% ਮੀਡੀਆ ਤੁਹਾਡੇ ਕੰਟਰੋਲ 'ਚ ਹੋਵੇ,
ਜਦੋਂ ਸਾਰੀ ਪਾਵਰ ਤੁਹਾਡੇ ਕੰਟਰੋਲ 'ਚ ਹੋਵੇ, ਤੁਹਾਡੇ ਕੋਲ ਵੱਡੇ ਆਈਟੀ ਸੈੱਲ ਹੋਣ, ਇਹਦੇ ਬਾਵਜੂਦ ਲੋਕਾਂ ਦਾ ਅੰਦੋਲਨ ਤੁਹਾਡੇ ਤੇ ਦੁਨੀਆ ਤੇ ਦੇਸ਼ 'ਚ ਭਾਰੂ ਪੈ ਗਿਆ ਹੋਵੇ ਬਿਰਤਾਂਤ ਸਿਰਜਣ ਦੇ ਮਾਮਲੇ 'ਚ, ਨੈਰੇਟਿਵ ਸਿਰਜਣ ਦੇ ਮਾਮਲੇ 'ਚ, ਇਹ ਬਹੁਤ ਵੱਡੀ ਇੱਕ ਮੋਰਲ ਹਾਰ ਹੈ ਮੇਰੇ ਖਿਆਲ ਹੈ। ਵੱਡੇ ਸਾਧਨਾਂ ਦੀ ਵੀ ਹਾਰ ਹੁੰਦੀ ਹੈ ਉਸ ਪੱਧਰ ਦੇ ਉੱਤੇ। ਉਹਦੇ 'ਚੋਂ ਉਸ ਪ੍ਰਿਜ਼ਮ 'ਚੋਂ ਜੇਕਰ ਦੇਖਿਆ ਜਾਏ, ਇਹ ਸਵਾਲ ਜੇ ਮੈਂ ਕੋਈ ਮੀਡੀਆ ਨੂੰ ਵੀ ਸਮਝ ਆਊਗੀ ਮਾੜੀ ਮੋਟੀ, ਹੁਣ ਵਿਕਾਊ ਕਿਸਮ ਦੇ ਮੀਡੀਆ ਨੂੰ? ਮੈਨੂੰ ਨਹੀਂ ਲੱਗਦਾ ਮੀਡੀਆ ਨੂੰ ਐ ਸਮਝ ਆਉਂਦੀ ਹੈ, ਕਿਉਂਕਿ ਮੀਡੀਆ ਤਾਂ ਕੰਟਰੋਲ ਤੋਂ ਕੰਮ ਕਰਦਾ ਹੈ ਔਰ ਮੀਡੀਆ ਇਸੇ ਕੰਟਰੋਲ ਦੇ ਤਹਿਤ ਕੰਮ ਕਰਦਾ। ਕਾਰਪੋਰੇਟ ਦੀ ਉਹਦੇ ਤੇ ਮਾਲਕੀ ਹੈ, ਮੋਨੋਪੋਲੀ ਹੈ, ਔਰ ਜਿਹੋ ਜਿਹਾ ਇੱਕ ਮਾਹੌਲ ਬਣਾ ਦਿੰਦੇ ਆ ਬਰਤਾਂਤ ਤੇ ਉਹਨੇ ਉਵੇਂ ਕੰਮ ਕਰਨਾ। ਨਾਲ ਹੀ ਮੇਰੇ ਤਾਂ ਨਹੀਂ ਲੱਗਦਾ। ਮੇਰੇ ਇੱਕ ਸਵਾਲ ਹੋਰ ਮਨ ਚ ਆ ਰਿਹਾ ਕਿ ਪਿਛਲੀਆਂ 2 ਰੈਲੀਆਂ ਜਿਹੜੀਆਂ ਯੂਪੀ ਦੇ ਵਿੱਚ, ਇੱਕ ਤਾਂ ਵੱਡੀ ਰੈਲੀ ਸੀ ਪ੍ਰਧਾਨ ਮੰਤਰੀ ਦੀ, ਉਹ ਤੇ ਖਾਲੀ ਕੁਰਸੀਆਂ ਜਿਵੇਂ ਸੋਸ਼ਲ ਮੀਡੀਆ ਤੇ ਚਰਚਿਤ ਹੋਈਆਂ ਕਿ ਉਹਨਾਂ ਦੀਆਂ ਰੈਲੀਆਂ 'ਚ ਕੋਈ ਨਹੀਂ ਪੁੱਜ ਰਿਹਾ, ਕਿ ਇਹ ਵੀ ਇੱਕ ਕਾਰਨ ਹੋਣਾ ਉਹਨਾਂ ਲਈ? ਨਹੀਂ, ਰੈਲੀਆਂ 'ਚ ਪੁੱਜ ਵੀ ਜਾਣ, ਪਰ ਰੈਲੀਆਂ 'ਚ ਕਿੰਨੇ ਬੰਦੇ ਪੁੱਜਦੇ ਨੇ, ਕਿੰਨੇ ਜਾਂਦੇ ਨੇ, ਇਹ ਤਾਂ ਹੈ। ਬਾਕੀ ਕਿੰਨੇ ਬੰਦੇ ਵੋਟ 'ਚ ਕਨਵਰਟ ਹੋਣਗੇ, ਬੀਜੇਪੀ ਦਾ ਤਾਂ ਮੋਟਾ ਫੰਡਾ ਹੈ। ਯੂਪੀ ਦੇ ਵਿੱਚ ਹੋਰ ਬਹੁਤ ਕਾਰਨ ਸੀਗੇ ਜਿਹਦੇ ਕਰਕੇ ਵੋਟਾਂ ਦਾ ਸਵਾਲ ਸੀ। ਕਿੰਨੀਆਂ ਲਾਸ਼ਾਂ ਲੋਕਾਂ ਨੇ ਮਤਲਬ ਗੰਗਾ 'ਚ ਬਾਕੀ ਤੈਰਦੀਆਂ ਦੇਖੀਆਂ, ਕਿੰਨੀਆਂ ਲਾਸ਼ਾਂ ਸ਼ਮਸ਼ਾਨ ਘਾਟਾਂ ਦੇ ਵਿੱਚ ਦੇਖੀਆਂ, ਉਹਦੀ ਫੈਕਟ ਫਿਗਰ ਪੂਰੀ ਨਹੀਂ। ਬੱਚੇ ਮਰੇ, ਹਸਪਤਾਲਾਂ ਦੇ ਵਿੱਚ ਜੋ ਸਿਹਤ ਸਹੂਲਤਾਂ ਨਾ ਹੋਣ ਕਰਕੇ ਸਮੱਸਿਆਵਾਂ ਆਈਆਂ, ਕਿੰਨੇ ਰੇਪ ਕੇਸ ਵਾਪਰੇ ਤੇ ਜਿਨ੍ਹਾਂ ਨੂੰ ਜਬਰ ਤੁਸੀਂ ਕਿਸੇ ਕੁੜੀ ਨੂੰ ਦੀ ਬਾਡੀ ਨੂੰ ਜਲਾਤਾ, ਕੁਛ ਕਰਤਾ ਨਾਲ ਮਿਲ ਕੇ ਤੁਹਾਡੇ ਹਾਂ ਬੱਚੇ। ਇਸ ਤੋਂ ਇਲਾਵਾ ਜਿਹੜਾ ਕੁੱਟਮਾਰ, ਇੱਕ ਮਾਈਨੋਰਟੀਜ਼ ਨੂੰ ਖਾਸ ਤੌਰ ਤੇ ਲਿੰਚਿੰਗ ਵਗੈਰਾ ਜਾਂ ਟਾਰਗੇਟ ਕੀਤਾ ਜਾ ਰਿਹਾ ਜਿਵੇਂ ਲੋਕਾਂ ਨੂੰ, ਉਹੀ ਉਹ ਤਾਂ ਕਰਕੇ ਉਹਨਾਂ ਨੂੰ ਵੋਟ ਮਿਲਦੀ ਸੀ ਜਦੋਂ ਇੱਕ ਖਾਸ ਮਿਨੋਰਟੀ ਨੂੰ ਕਰਦੇ ਸੀ। ਪਰ ਹੁਣ ਪ੍ਰੋਬਲਮ ਕੀ ਹੋ ਗਈ ਕਿ ਕਿਸਾਨ ਅੰਦੋਲਨ ਦਾ ਇੱਕ ਵੱਡਾ ਮਸਲਾ ਇਹ ਹੈ, ਇਹਨੇ ਉਹਨੂੰ ਵੀ ਠੱਲ ਪਾਈ ਹੈ, ਲਿੰਚਿੰਗ ਨੂੰ ਵੀ। ਦੂਜਾ ਇਹਨੇ ਠੱਲ ਪਾਈ ਹੈ, ਡਰ ਕੱਢਿਆ ਲੋਕਾਂ ਦਾ, ਜਿਹੜਾ ਬੋਲਦਾ ਨਹੀਂ ਸੀ ਕੋਈ ਸਰਕਾਰ ਦੇ ਖਿਲਾਫ, ਕਿ ਹਰ ਇੱਕ ਤੇ ਪਰਚਾ ਦਰਜ ਕਰ ਦਿੱਤਾ ਜਾਏਗਾ, UAPA ਲਾ ਦਿੱਤਾ ਜਾਏਗਾ। ਇਹਨੇ ਉਹ ਡਰ ਕੱਢਤਾ ਹੈ। ਤੇ ਤੀਜੀ ਗੱਲ ਇਹ ਹੈ, ਮਿਹਨਤ ਬਹੁਤ ਕੀਤੀ ਹੈ ਕਿਸਾਨ ਅੰਦੋਲਨ ਦੇ ਕਾਰਕੁਨਾਂ ਨੇ, ਜਾ ਕੇ ਜਿਹੜੀ ਫੁੱਟ ਪਈ ਸੀ ਪੁਰਾਣੀ, ਉਹਨੂੰ ਦੁਬਾਰਾ ਸੁਧਾਰਿਆ, ਮਾਫੀਆਂ ਵੀ ਮੰਗੀਆਂ ਨੇ ਇੱਕ ਦੂਜੇ ਤੋਂ। ਔਰ ਜਦੋਂ ਤੁਸੀਂ ਉਸ ਤਰੀਕੇ ਨਾਲ ਚੱਲਦੇ ਹੋ ਤਾਂ ਉਹ ਦੂਜੀ ਧਿਰ ਜਿਹੜੀ ਹੈ ਫੁੱਟ ਪਾਉਣਾ ਚਾਹੁੰਦੀ ਹੈ, ਉਹਨੂੰ ਮਾਤ ਮਿਲਦੀ ਹੈ। ਹੁਣ ਅਸਲ ਦੇ ਵਿੱਚ ਤਾਂ ਇਹ ਸੀ ਕਿ ਜੇ ਡੈਮੋਕ੍ਰੈਟਿਕ ਵੈਲਿਊ ਸਿਸਟਮ ਦੇ ਜੇ ਤੁਸੀਂ ਯਕੀਨ ਰੱਖਦੇ ਹੋ ਤਾਂ ਤੁਹਾਨੂੰ ਰੀਅਲੀ ਮਾਫੀ ਇੱਧਰ ਮੰਗਣੀ ਚਾਹੀਦੀ ਸੀ। ਪਰ ਪ੍ਰਧਾਨ ਮੰਤਰੀ ਅਜੇ ਵੀ ਮਾਫੀ ਉਧਰੋਂ ਮੰਗਦੇ ਦਿਖਾਈ ਦੇ ਰਹੇ ਨੇ, ਜਿਹੜੀ ਧਿਰ ਉਹਨਾਂ ਦੇ ਨਾਲ ਸੀ। ਉਹ ਇਹ ਕਹਿ ਰਹੇ ਨੇ ਕਿ ਅਸੀਂ ਤਾਂ ਤਪੱਸਿਆ ਕੀਤੀ, ਕਮੀ ਰਹਿ ਗਈ ਹੋਣੀ ਹੈ, ਅਸੀਂ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਗਏ, ਕਰੋੜਾਂ ਲੋਕਾਂ ਨੇ ਸਾਡੀ ਗੱਲ ਨੂੰ ਸਵੀਕਾਰ ਵੀ ਕੀਤਾ, ਪਰ ਇੱਕ ਵਰਗ ਨੇ ਨਹੀਂ ਕੀਤਾ, ਇਸ ਲਈ ਅਸੀਂ ਮਾਫੀ ਚਾਹੁੰਦੇ ਹਾਂ। ਕਿ ਮੈਨੂੰ ਇਹ ਸ਼ਬਦਾਵਲੀ ਉਹਨਾਂ ਦੀ ਬੜੀ ਵਿਸ਼ੇਸ਼ ਹੈ। ਇੱਕ ਤਾਂ ਤਪੱਸਿਆ ਉਹੀ, ਤੇ ਦੂਜਾ ਇੱਕ ਵਰਗ ਨੂੰ ਥੋੜੇ ਜਿਹੇ ਨੂੰ ਅਸੀਂ ਸਮਝਾ ਨਹੀਂ ਸਕੇ ਕਿਸਾਨ ਅੰਦੋਲਨ ਦੇ, ਕਿਸਾਨ ਕਾਨੂੰਨਾਂ ਦੇ ਜਿਹੜੇ ਫਾਇਦੇ। ਤੇ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਨੇਕ ਨੀਤੀ ਨਾਲ ਇਹ ਸਾਰਾ ਕੁਝ ਲੈ ਕੇ ਆਏ ਸੀ। ਤੇ ਇਸੇ ਕਰਕੇ ਪ੍ਰਧਾਨ ਮੰਤਰੀ ਨੇ ਪਹਿਲਾਂ ਵੀ ਐਲੀਗੇਸ਼ਨ ਆਪ ਖੁਦ ਲਾਏ, ਦੂਜਿਆਂ ਨੇ ਨਹੀਂ ਲਾਏ। ਕਦੇ ਉਹਨੂੰ ਅੰਦੋਲਨ ਜੀਵੀ ਕਹਿਤਾ, ਕਦੇ ਕੁਛ ਕਹਿਤਾ, ਕਦੇ ਕੁਛ ਕਹਿਤਾ। ਪਰ ਇਹਦੇ ਤੋਂ ਗੱਲ ਸਾਬਤ ਕੀ ਹੁੰਦੀ ਹੈ? ਅਸਲ 'ਚ ਸਭ ਤੋਂ ਵੱਡੀ ਗੱਲ ਇਹ ਸਾਬਤ ਹੁੰਦੀ ਹੈ ਕਿ ਅੱਜ ਦੇ ਦੌਰ 'ਚ ਲੋਕਾਂ ਦੀ ਇਕਜੁੱਟਤਾ ਵਾਲਾ, ਸਮੂਹਿਕ ਲੀਡਰਸ਼ਿਪ ਨਾਲ ਲੈਸ ਪੀਸਫੁਲ ਅੰਦੋਲਨ ਵੱਡੀਆਂ ਵੱਡੀਆਂ ਤਾਨਾਸ਼ਾਹ ਤਾਕਤਾਂ ਨੂੰ ਝੁਕਾਉਣ ਦੀ ਸਮਰੱਥਾ ਰੱਖਦਾ ਹੈ। ਇਹ ਸਭ ਤੋਂ ਬੜਾ ਇੱਕ ਮੈਸੇਜ ਹੈ ਜਿਹੜਾ ਜੇਕਰ ਜਾਂਦਾ ਹੈ। ਔਰ ਸਰਕਾਰ ਨੂੰ ਇਹ ਸੀ ਲੀਡਰ ਖਰੀਦ ਲਾਂਗੇ, ਜੇ 1 ਜਾਂ 2 ਲੀਡਰ ਇਹ ਹੁੰਦੇ ਵੱਡੇ, ਸ਼ਾਇਦ ਇਹ ਹੋ ਵੀ ਜਾਂਦਾ। ਸੋ ਕਿਸਾਨ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦਾ ਫਾਇਦਾ ਹੋਇਆ ਕਿ ਉਹ ਇੰਨੀਆਂ ਕਿਉਂ ਨੇ? 32 ਜਥੇਬੰਦੀਆਂ ਦਾ ਇਕੱਠ, ਤੇ ਫਿਰ ਸੰਯੁਕਤ ਮੋਰਚੇ ਦੀਆਂ 400-500 ਜਥੇਬੰਦੀ ਬਣ ਜਾਂਦੀ ਹੈ, ਜਿੰਨੀਆਂ ਵੀ ਜੋੜ ਕੇ ਇੰਡੀਆ ਦੀਆਂ। ਉਹਨਾਂ ਦਾ ਸਾਂਝੇ ਬੈਠ ਕੇ ਫੈਸਲੇ ਲੈਣੇ, ਤੇ ਜੇ ਕਿਸੇ ਨੇ ਕੋਈ ਗਲਤੀ ਵੀ ਹੋ ਗਈ ਉਹਨੂੰ ਵੀ ਨਜਿੱਠਣਾ। ਤੁਸੀਂ ਦੇਖੋ ਕਿ ਕਿਸੇ ਨੇ ਵੱਡੇ ਲੀਡਰ ਕਿਸੇ ਨੂੰ ਹਫ਼ਤੇ ਲਈ, ਕਿਸੇ ਨੂੰ 15 ਦਿਨ ਲਈ, ਕਿਸੇ ਨੂੰ ਮਹੀਨੇ ਲਈ ਸਸਪੈਂਡ ਵੀ ਕਰਦੇ ਰਹੇ ਵਿੱਚੋਂ ਕਿ ਤੂੰ ਇਹਦੀ ਅਵਗਿਆ ਕੀਤੀ ਹੈ। ਪਰ ਸਭ ਨੇ ਅੰਦੋਲਨ ਦੇ ਨਾਲ, ਕਿਉਂਕਿ ਅੰਦੋਲਨ ਤੇ ਦਬਦਬਾ ਕਿਹਦਾ ਸੀ? ਉਹ ਸੰਗਤ ਦਾ ਸੀ, ਲੋਕਾਂ ਦਾ ਸੀ। ਲੋਕ ਇਹ ਮਹਿਸੂਸ ਕਰਦੇ ਸੀ ਕਿ ਤੁਸੀਂ ਸਾਡੇ ਆਗੂ ਹੋ, ਅਸੀਂ ਤੁਹਾਡੀ ਹਰ ਗੱਲ ਮੰਨਾਂਗੇ, ਜੋ ਤੁਸੀਂ ਕਹਿੰਦੇ ਉਹਨੂੰ ਪ੍ਰਵਾਨ ਕਰਾਂਗੇ, ਪਰ ਜਿਹੜਾ ਵੀ ਅੰਦੋਲਨ ਨੂੰ ਖਰਾਬ ਕਰੂਗਾ ਉਹ ਸਾਡੇ ਤੋਂ ਬੁਰਾ ਕੋਈ ਨਹੀਂ ਹੈ। ਇਸ ਕਰਕੇ ਲੋਕਾਂ ਦਾ ਇਹ ਭਾਵਨਾ ਸੀ, ਕਿਉਂਕਿ ਇਹ ਅੰਦੋਲਨ ਇਸ ਪੱਧਰ ਦਾ ਸੀ, ਜਦੋਂ ਇੱਥੋਂ ਪੰਜਾਬ ਤੋਂ ਚੱਲੇ ਹੈ, ਇਹ ਕਹਿ ਕੇ ਕਿ ਇਹ ਹੋਂਦ ਦਾ ਅੰਦੋਲਨ ਹੈ, ਐਗਜ਼ਿਸਟੈਂਸ, ਫਸਲਾਂ ਤੇ ਨਸਲਾਂ ਬਚਾਉਣ ਦਾ। ਇਕੱਲੀ ਇੱਕ ਗੱਲ ਦਾ ਅੰਦੋਲਨ ਨਹੀਂ ਹੈ। ਅਸੀਂ ਸਭ ਕੁਝ, ਜੇ ਹੋਂਦ ਦਾ ਅੰਦੋਲਨ ਨਾ ਬਣਦਾ ਤਾਂ 1 ਸਾਲ ਤੱਕ ਅਰਬਾਂ ਰੁਪਇਆ ਇਨਵੈਸਟ ਹੋਇਆ ਇਹਦੇ 'ਚ, ਲੋਕਾਂ ਦੀਆਂ ਜ਼ਿੰਦਗੀਆਂ ਲੱਗੀਆਂ ਨੇ। ਜਿਹੜਾ ਬੰਦਾ 2 ਦਿਨ ਦੀ ਘਰੋਂ ਰਿਸ਼ਤੇਦਾਰੀ 'ਚ ਜਾਂਦਾ ਤੇ ਸਾਲਾਂ ਬੱਧੀ ਉੱਥੇ ਬੈਠਿਆ,
ਕੜਕਦੀ ਠੰਡ 'ਚ ਬੈਠੇ ਆ, ਮੱਛਰਾਂ 'ਚ ਬੈਠੇ ਆ, ਧੁੱਪਾਂ 'ਚ ਬੈਠੇ ਆ, ਔਰ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਝੁਕੇ ਹੋਏ ਸੀ ਉਸ ਅੰਦੋਲਨ ਦੇ ਵਿੱਚ। ਇਸ ਲਈ ਉਹ ਜਿਹੜੀ ਇੱਕ ਭਾਵਨਾ ਹੁੰਦੀ ਹੈ, ਸਪਿਰਿਟ ਹੁੰਦੀ ਹੈ, ਜਜ਼ਬਾ, ਉਹ ਜਜ਼ਬਾ ਹੀ ਤਬਦੀਲੀਆਂ ਲਿਆਉਂਦਾ ਹੈ, ਉਹ ਜਜ਼ਬਾ ਹੀ ਇਨਕਲਾਬ ਲਿਆਉਂਦਾ ਹੈ, ਉਹ ਜਜ਼ਬਾ ਹੀ ਸਰਕਾਰਾਂ ਨੂੰ ਮਜਬੂਰ ਕਰਦਾ ਉਸ ਪੱਧਰ ਤੇ। ਉਹਨਾਂ ਨੂੰ ਕੋਸ਼ਿਸ਼ ਕੀਤੀ ਸਰਕਾਰ ਨੇ ਕਿ ਜਿੰਨਾ ਲੰਮਾ ਚੱਲ ਜੂ ਸ਼ਾਇਦ ਲੋਕ ਥੱਕ ਜਾਣਗੇ, ਅੰਦੋਲਨ ਥੱਕ ਜੂ, ਪੈਸੇ ਮੁੱਕ ਜਾਣਗੇ, ਬਾਕੀ ਦੀਆਂ ਚੀਜ਼ਾਂ ਇਹ ਹੋ ਜਾਏਗਾ। ਮਤਲਬ ਜਦਕਿ ਖੇਤੀਬਾੜੀ ਇਹੋ ਜਿਹੀ ਆ ਕਿ ਉਹ ਲੰਬੇ ਖਿੱਚੇ ਤਾਂ ਉੱਥੇ ਸਗੋਂ ਉਹਨਾਂ ਨੂੰ ਸਮਝ ਹੈ ਕਿਸਾਨਾਂ ਨੂੰ ਕਿ ਲੰਬਾ ਅੰਦੋਲਨ ਚਲਾਉਣਾ ਉਹਨਾਂ ਦੇ ਹੱਕ 'ਚ ਸੀ। ਨਹੀਂ, ਜਿਹੜੇ ਮੈਚ ਦੇ ਵਿੱਚ ਤੁਸੀਂ ਦੋ ਧਿਰਾਂ ਲੜ ਰਹੀਆਂ ਨੇ, ਉਹਦੇ 'ਚ ਵਿਰੋਧੀ ਹਰ ਹੀਲਾ ਵਰਤ ਕੇ ਦੂਜੇ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ। ਕਿਸਾਨ ਅੰਦੋਲਨ ਦੀ ਇਹ ਸਮਰੱਥਾ ਰਹੀ ਕਿ ਉਹਨੇ ਹਰ ਹਮਲੇ ਦਾ ਵਿਰੋਧ ਕੀਤਾ, ਝੱਲਿਆ ਤੇ ਪਲਟਵਾਰ ਕੀਤਾ, ਤੇ ਇੱਕ ਇਸ ਉਹਦੀ ਪ੍ਰਾਪਤੀ ਰਹੀ, ਉਹਦੀ ਇਹ ਪ੍ਰਾਪਤੀ ਰਹੀ ਕਿ ਉਹਨੇ ਪੂਰੇ ਅੰਦੋਲਨ ਦੇ ਦੌਰਾਨ ਏਜੰਡਾ ਆਪਦੇ ਹੱਥ 'ਚ ਰੱਖਿਆ, ਧਿਆਨ ਆਪਣੇ ਹੱਥ ਤੇ ਕੇਂਦਰਿਤ ਕਰਾ ਕੇ ਹਟਿਆ। ਕਿਸਾਨ ਅੰਦੋਲਨ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਿਆ ਨਾ ਦੁਨੀਆ ਦੇ ਵਿੱਚ। ਸ਼ਾਇਦ ਇਹਦਾ ਅਸਰ ਹੁਣੇ ਜਿਹੜੇ ਮੋਦੀ ਸਾਹਿਬ ਵਿਦੇਸ਼ ਜਾ ਕੇ ਆਏ ਨੇ, ਪਹਿਲਾਂ G20 ਦੀ ਮੀਟਿੰਗ 'ਚ ਗਏ ਸੀ, ਤੇ ਉਸ ਤੋਂ ਬਾਅਦ ਯੂਕੇ ਦਾ ਜਿਹੜਾ ਸਕਾਟਲੈਂਡ ਹੈ, ਉਹਦਾ ਇੱਕ ਸ਼ਹਿਰ ਹੈ ਗਲਾਸਗੋ, ਜਿੱਥੇ ਗਏ ਸੀ, ਤੇ ਗਲਾਸਗੋ ਦੇ ਵਿੱਚ ਜਿੰਨਾ ਵਿਰੋਧ ਚੱਲਣਾ ਪਿਆ ਇਹਨਾਂ ਨੂੰ ਜਾ ਕੇ ਉੱਥੇ ਵੀ, ਤੇ ਉਹ ਇਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜੇ ਵੀ ਦੇਸ਼ ਜਾਵਾਂਗੇ ਵਿਰੋਧ ਤਾਂ ਚੱਲਣਾ ਹੀ ਪਊਗਾ। ਅਮਰੀਕਾ 'ਚ ਤਾਂ ਇੱਥੋਂ ਦੇ ਮੀਡੀਆ ਨੂੰ ਵੀ ਵਿਰੋਧ ਚੱਲਣਾ ਪਿਆ ਸੀ ਇੰਡੀਆ ਦੇ ਨੂੰ। ਬਿਲਕੁਲ। ਤੇ ਉਹ ਜਿਹੜਾ ਵਿਰੋਧ ਹੁੰਦਾ ਹੈ, ਇੱਕ ਅਕਸ਼ ਹੁੰਦਾ ਹੈ, ਛਵੀ ਬਣੀ ਹੁੰਦੀ ਹੈ, ਤੇ ਜੇ ਉਹ ਛਵੀ 'ਤੇ ਦਾਗ ਲੱਗਣੇ ਸ਼ੁਰੂ ਹੋ ਜਾਣ ਤੁਹਾਡੇ, ਤਾਂ ਜਿੱਡਾ ਮਰਜ਼ੀ ਕੋਈ ਬੰਦਾ ਲੀਡਰ ਹੋਵੇ, ਜਿੱਡਾ ਮਰਜ਼ੀ ਕੱਦ ਹੋਵੇ, ਉਹ ਕੱਦ ਨਹੀਂ ਬਚਦਾ। ਇਹ ਪ੍ਰਧਾਨ ਮੰਤਰੀ ਤਾਂ ਖਾਸ ਤੌਰ ਤੇ ਆਪਣੀ ਛਵੀ ਲਈ ਹਮੇਸ਼ਾ ਹੀ ਬਹੁਤ ਜ਼ਿਆਦਾ ਏਜੰਸੀਆਂ ਹਾਇਰ ਕਰਦੇ ਨੇ, ਸੁਚੇਤ ਨੇ ਉਸ ਪੱਧਰ ਦੇ ਉੱਤੇ, ਤੇ ਸ਼ਾਇਦ ਇਹ ਅੰਦੋਲਨ ਹਰ ਮਾਮਲੇ 'ਚ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਮਾਤ ਪਾ ਗਿਆ। ਪਰ ਅਜੇ ਵੀ ਅੰਦੋਲਨ ਦੇ ਵਿੱਚ ਸੰਯੁਕਤ ਮੋਰਚੇ ਨੇ ਫੈਸਲਾ ਕਰਨਾ ਹੈ, ਬੜਾ ਕੁਛ ਹੈ। ਘੱਟੋ ਘੱਟ ਸਮਰਥਨ ਮੁੱਲ ਤੇ ਜਿਹੜੀ ਕਾਨੂੰਨੀ ਗਰੰਟੀ ਦਾ ਸਵਾਲ ਹੈ, ਜਿਹੜਾ এনवायरमेंट ਦਾ ਕਾਨੂੰਨ ਸੀ, ਜਿਹੜਾ ਬਿਜਲੀ ਅਮੈਂਡਮੈਂਟ ਦਾ ਸੋਧ ਦਾ ਕਾਨੂੰਨ ਸੀ, ਉਹ ਸਾਰੇ ਅਜੇ ਹੈ ਨੇ। ਮੈਨੂੰ ਲੱਗਦਾ ਕਿ ਅੱਗੇ ਜਿਹੜਾ ਸੰਯੁਕਤ ਮੋਰਚੇ ਦੇ ਹੁਣ ਤੱਕ ਦਾ ਬਿਆਨ ਦਿੱਤਾ ਹੈ, ਉਹ ਠੀਕ ਇੱਕ ਸੰਜਮ ਭਰਿਆ ਬਿਆਨ ਹੈ। ਕਿਉਂਕਿ 26 ਨਵੰਬਰ ਨੂੰ ਸਾਲ ਹੋਣਾ ਤੇ ਕਿਸਾਨਾਂ ਨੂੰ ਮੋਰਚੇ ਵਾਲੀਆਂ ਥਾਵਾਂ ਤੇ ਪਹੁੰਚਣ ਲਈ ਕਿਹਾ ਗਿਆ ਹੈ। ਹਾਲੇ ਵੀ ਹਾਲੇ ਕੋਈ ਕਿਸਾਨ, ਮੇਰਾ ਖਿਆਲ ਹੈ ਮੋਰਚੇ ਨੇ ਹਾਲੇ ਇਹਦੇ ਤੇ ਵਿਚਾਰ ਕਰਨੀ ਹੈ, ਤੇ ਹਾਲੇ ਵਿਧੀਵਤ ਵੀ ਤਾਂ ਇਹ ਸੰਸਦ ਵਿੱਚੋਂ ਹੀ ਹੋਣਾ ਨਾ, ਨੋਟੀਫਿਕੇਸ਼ਨ ਹੋਏਗਾ ਜਦੋਂ ਰੱਦ ਹੋਣਗੇ ਕਾਨੂੰਨ। ਨਹੀਂ, ਮੋਰਚੇ ਨੇ ਅਜੇ ਮੀਟਿੰਗ ਅਜੇ ਆਪਣੀ ਐਮਰਜੈਂਸੀ ਮੀਟਿੰਗ ਕੀਤੀ ਹੈ। ਐਮਰਜੈਂਸੀ ਮੀਟਿੰਗ ਦੇ ਵਿੱਚ ਉਹਨਾਂ ਨੇ ਇੱਕ ਫੈਸਲਾ ਲਿਆ, ਇਹਦਾ ਅਸੀਂ ਸਵਾਗਤ ਕੀਤਾ, ਤਿੰਨੇ ਜਿਹੜੇ ਅਪੀਲ ਕਰਨ ਦਾ, ਵਾਪਸ ਲੈਣ ਦਾ, ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਇਹ ਇੱਕ ਪ੍ਰਕਿਰਿਆ ਦੇ ਰਾਹੀਂ ਪਾਰਲੀਮੈਂਟ ਦੇ ਥਰੂ ਜਾਣਗੇ, ਫਿਰ ਅਸਲ 'ਚ ਵਾਪਸ ਹੋਣਗੇ। ਤੇ ਅਗਲੀ ਗੱਲ ਇਹ ਵੀ ਕਹੀ ਹੈ ਕਿ MSP ਦਾ ਵੀ ਜਿਹੜਾ ਸਵਾਲ ਹੈ, ਇਲੈਕਟ੍ਰਿਸਿਟੀ ਬਿੱਲ ਦਾ ਵੀ ਜਿਹੜਾ ਸਵਾਲ ਹੈ, ਇਹਨਾਂ ਸਾਰੀਆਂ ਗੱਲਾਂ ਤੇ ਅਗਲੇ 1-2 ਦਿਨਾਂ ਦੇ ਵਿੱਚ ਜਿਹੜੀ ਪੂਰੀ ਮੀਟਿੰਗ ਹੋਏਗੀ ਸਾਰੇ ਮੋਰਚੇ ਦੀ, ਉਦੋਂ ਬਾਅਦ ਦਾ ਫੈਸਲਾ ਲਿਆ ਜਾਊਗਾ ਕਿ ਕੀ ਕਰਨਾ ਹੈ। ਕੀ ਜਿਹੜਾ 26 ਤਰੀਕ ਨੂੰ ਇਕੱਠ ਰੱਖਿਆ ਉਵੇਂ ਹੀ ਰਹੇਗਾ, ਕਿ 29 ਤਰੀਕ ਨੂੰ 500 ਦੇ ਜਥੇ ਜਾਣੇ ਨੇ ਜਿਹੜੇ ਲਗਾਤਾਰ ਉਹ ਜਾਂਦੇ ਰਹਿਣਗੇ, ਜਾਂ ਮੋਰਚਾ ਕੋਈ ਹੋਰ ਸਟੈਂਡ ਇਹਦੇ ਤੇ ਲੈਂਦਾ। ਪਰ ਅਜੇ ਤੱਕ ਦੀ ਨਜ਼ਰ ਇਹ ਆ ਰਿਹਾ ਸਾਰੀਆਂ ਚੀਜ਼ਾਂ 'ਚੋਂ ਕਿ ਮੋਰਚਾ ਸ਼ਾਇਦ ਉਹਨਾਂ ਚਿਰ ਤਾਂ ਬੈਠਾ ਰਹੂਗਾ ਜਿੰਨਾ ਚਿਰ ਪਾਰਲੀਮੈਂਟ ਤੋਂ ਮਤਲਬ ਇਹ ਪੂਰੀ ਅਪਰੂਵਲ ਨਹੀਂ ਮਿਲ ਜਾਂਦੀ, ਜਾਂ ਇਹ ਵਾਪਸ ਨਹੀਂ ਹੋ ਜਾਂਦੇ ਪ੍ਰੈਕਟੀਕਲੀ। ਤੇ ਬਾਕੀ ਦੀਆਂ ਗੱਲਾਂ ਤੇ ਸਰਕਾਰ ਕਿਸਾਨ ਆਗੂਆਂ ਨੂੰ ਗੱਲ ਲਈ ਵਤ ਲਈ ਬੁਲਾਉਂਦੀ ਹੈ, ਨਹੀਂ ਬੁਲਾਉਂਦੀ ਹੈ, ਇਹ ਚੀਜ਼ਾਂ ਤੇ ਵੀ ਮਤਲਬ ਨਿਰਭਰ ਕਰੇਗਾ। ਜੀ, ਅੱਜ ਸੋਸ਼ਲ ਮੀਡੀਆ ਤੇ ਸਾਰੇ ਲੋਕੀ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਭਾਵਨਾਤਮਕ ਤੌਰ ਤੇ ਕਿਸ ਤਰ੍ਹਾਂ ਅੰਦੋਲਨ ਨਾਲ ਜੁੜੇ ਹੋਏ ਨੇ। ਇੰਨੀਆਂ ਕੁ ਪੋਸਟਾਂ ਸੋਸ਼ਲ ਮੀਡੀਆ ਤੇ ਪਈਆਂ ਹੋਈਆਂ ਨੇ ਖੁਸ਼ੀ ਜ਼ਾਹਰ ਕਰਦੀਆਂ, ਹੈ ਨਾ। ਕੋਈ ਗੁਰੂ ਨਾਨਕ ਦੇਵ ਜੀ ਨੂੰ ਧੰਨ ਧੰਨ ਕਹਿ ਰਿਹਾ ਹੈ, ਕੋਈ ਕਹਿ ਰਿਹਾ ਕਿ ਲੋਕ ਘੋਲਾਂ ਦੀ ਜਿੱਤ ਹੋਈ ਹੈ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਸਭ ਤੋਂ ਵੱਡੀ ਗੱਲ ਹੈ ਕਿ ਇੱਕ ਦਿੱਲੀ ਦੇ ਪੰਜਾਬੀ ਨੇ ਪੋਸਟ ਪਾਈ ਹੋਈ ਹੈ ਕਿ ਅੱਜ ਜਦੋਂ ਪ੍ਰਧਾਨ ਮੰਤਰੀ ਨੇ ਇਹ ਤਿੰਨੇ ਕਾਨੂੰਨ ਲੈਣ ਦਾ ਰੱਦ ਕੀਤਾ ਨਾ, ਵਾਪਸ ਰੱਦ ਕਰਨ ਦਾ ਐਲਾਨ ਕੀਤਾ, ਫੈਸਲਾ ਵਾਪਸ ਲੈਣ ਦਾ ਤਿੰਨੇ ਕਾਨੂੰਨਾਂ ਦਾ, ਤੇ ਕਹਿੰਦਾ ਵੀ ਮੈਂ ਕਿਸਾਨਾਂ ਦੀ ਘਾਲਣਾ ਦੇਖ ਕੇ ਕਹਿੰਦਾ ਮੇਰੀਆਂ ਅੱਖਾਂ ਭਰ ਆਈਆਂ। ਤੇ ਉਹ ਥੱਲੇ ਕਮੈਂਟ ਉਹਨਾਂ ਲੋਕਾਂ ਨੇ ਪਾਏ ਹੋਏ ਸੀ ਵੀ ਸਭ ਦੀਆਂ ਹੀ ਅੱਖਾਂ ਭਰੀਆਂ ਹੋਈਆਂ ਸੀ। ਇਹਦੇ ਸਭ ਤੱਕ ਜੁੜੇ ਹੋਏ ਨੇ। ਸੋ ਆਪਾਂ ਫਿਰ ਅੰਦੋਲਨ ਵੱਲ ਆਉਂਦੇ ਹਾਂ ਕਿ ਜਿਸ ਤਰ੍ਹਾਂ ਕੌਮਾਂਤਰੀ ਪੱਧਰ ਤੇ ਗੱਲ ਹੋਈ, ਜਿਸ ਤਰ੍ਹਾਂ ਅਮਰੀਕਾ ਵਿੱਚ ਆਪਣੇ ਮੀਡੀਆ ਨੂੰ, ਭਾਰਤ ਦੇ ਮੀਡੀਆ ਨੂੰ ਨਮੋਸ਼ੀ ਚੱਲਣੀ ਪਈ ਸੀ ਪ੍ਰਧਾਨ ਮੰਤਰੀ ਦੀਆਂ ਗੱਲਾਂ ਤੇ, ਜਾਂ ਜਿਸ ਤਰ੍ਹਾਂ ਆਪਣੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਆਪਣੀ ਭਾਰਤ ਦੀ ਪ੍ਰਤੀਨਿਧ ਨੇ, ਜਿਸ ਤਰ੍ਹਾਂ ਸਾਡੀ ਇੱਕ ਭਾਰਤ ਦੀ ਸੀਨੀਅਰ ਪੱਤਰਕਾਰ ਨੂੰ ਦਰਵਾਜ਼ਾ ਦਾ ਰਾਹ ਵਿਖਾਇਆ ਸੀ, ਜਿਹੋ ਜਿਹਾ ਕੁਛ ਚੱਲਣਾ ਪਿਆ ਸੀ। ਤੇ ਕੀ ਹੁਣ ਆਪਾਂ ਇਹ ਮੰਨੀਏ ਕਿ ਜਿਹੜਾ ਸੰਸਾਰ ਹੈ, ਦੁਨੀਆ ਸਾਰੀ ਦੇਖ ਰਹੀ ਸੀ ਭਾਰਤ ਦੇ ਕਿਸਾਨਾਂ ਵੱਲ,
ਤੇ ਹੁਣ ਸੱਚਮੁੱਚ ਬਾਕੀ ਦੁਨੀਆ ਨੂੰ ਕਿਤੇ ਇਹਦੀ ਅੱਗੋਂ ਰਾਹ ਮਿਲੇਗਾ। ਰੈਬਰੀ ਕਿਸਾਨ ਭਾਰਤ ਦੇ ਹੀ ਕਰ ਰਹੇ ਨੇ ਕਿ ਉਹ ਕਾਰਪੋਰੇਟਾਂ ਨੂੰ ਠੱਲ ਪਾ ਸਕਦੇ ਨੇ, ਅੱਗੇ ਤੋਂ ਲੋਕ ਪੱਖੀ ਫੈਸਲੇ ਲਏ ਜਾ ਸਕਣਗੇ। ਦੁਨੀਆ ਨੂੰ ਰਾਹ ਦਿਖਾਇਆ ਕਿਸਾਨਾਂ ਨੇ। ਨਹੀਂ, ਰਾਹ ਦਿਖਾਇਆ। ਵੱਡੇ ਵੱਡੇ ਵਿਦਵਾਨਾਂ ਨੇ ਕਿਹਾ ਹੈ ਕਿ ਇਹ ਬੀਕਨ ਆਫ ਲਾਈਟ ਹਾਊਸ ਹੈ। ਨੋਮ ਚਮਸਕੀ ਨੇ ਕਿਹਾ ਹੈ, ਚਾਨਣ ਮੁਨਾਰਾ ਹੈ, ਮਤਲਬ ਰੋਸ਼ਨੀ ਦਾ। ਔਰ ਉਹਦਾ ਕਾਰਨ ਇਹ ਹੈ ਕਿ ਇਹ ਕਿਸਾਨ ਅੰਦੋਲਨ ਇਕੱਲੇ, ਹੁਣ ਇਹਦਾ ਅਸਰ 3 ਕਾਨੂੰਨਾਂ ਤੱਕ ਨਹੀਂ ਹੈ। 3 ਕਾਨੂੰਨ ਇੱਕ ਪੜਾਅ ਹੈ, ਜਾਂ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ। ਪਰ ਮਾਮਲਾ ਉਦੋਂ ਵੀ ਵੱਡਾ ਹੈ। ਖੇਤੀਬਾੜੀ ਤੇ ਪਾਲਿਸੀ ਕੀ ਹੋਵੇ, ਉਹਦਾ ਢੰਗ ਤਰੀਕਾ ਕੀ ਹੋਵੇ, ਅੱਗੇ ਭਵਿੱਖ ਦੇ ਵਿੱਚ ਖੇਤੀਬਾੜੀ ਦਾ ਬਾਰੇ ਕਿਵੇਂ ਦੇਖਿਆ ਜਾਣਾ ਚਾਹੀਦਾ, ਕਿਹੜਾ ਡਿਜ਼ਾਈਨ ਹੋਏਗਾ ਪੂਰੇ ਦੁਨੀਆ ਦੇ ਵਿੱਚ ਜਾਂ ਦੇਸ਼ ਦੇ ਵਿੱਚ, ਉਹ ਵੱਡੇ ਮਾਮਲੇ ਹੈਗੇ ਨੇ। ਇਹਨੇ ਜਦੋਂ ਹੁਣ ਇੱਕ ਇੰਨਾ ਹੌਸਲਾ ਦਿੱਤਾ ਲੋਕਾਂ ਨੂੰ ਕਿ ਆਪਣੀ ਗੱਲ ਵੀ ਠੀਕ ਹੈ, ਤੇ ਠੀਕ ਗੱਲ ਤੇ ਜੇਕਰ ਆਪਾਂ ਜਥੇਬੰਦ ਹੋ ਕੇ ਫੈਸਲੇ ਕਰਾਂਗੇ ਤਾਂ ਉਹ ਮੰਨਣੇ ਵੀ ਪੈਣਗੇ। ਔਰ ਅੱਗੇ ਲਈ ਜਿਹੜਾ ਇੱਕ ਵੱਡੀਆਂ ਤਬਦੀਲੀਆਂ ਦਾ ਇਹ ਆਧਾਰ ਬਣ ਸਕਦਾ, ਇੱਕ ਮੰਚ ਬਣ ਸਕਦਾ, ਇੱਕ ਪਲੇਟਫਾਰਮ ਬਣ ਸਕਦਾ। ਔਰ ਲੋਕਾਂ ਨੂੰ ਚੱਲਣਾ ਵੀ ਆ ਗਿਆ। ਜਿਹੜੇ ਤਰੀਕੇ ਨਾਲ ਅੰਦੋਲਨ ਲੜਿਆ ਗਿਆ, ਇਹ ਅੰਦੋਲਨ ਲੜਨ ਦੇ ਤਰੀਕੇ ਦੀ ਵੀ ਆਪਦੀ ਖੂਬਸੂਰਤੀ ਹੈ ਕਿ ਵੱਖ-ਵੱਖ ਵਿਚਾਰਧਾਰਾਵਾਂ ਵਾਲੀਆਂ ਜਥੇਬੰਦੀਆਂ ਕਿਵੇਂ ਅੰਦੋਲਨ ਦੇ ਸਮੇਂ ਦੇ ਦੌਰਾਨ ਸਰਕਾਰਾਂ ਦੇ ਫੁੱਟ ਪਾਉਣ ਦੀ ਕੋਸ਼ਿਸ਼ ਦੇ ਬਾਵਜੂਦ, ਕਈ ਹੋਰ ਵਰਗਾਂ ਦੇ ਛਿੱਟ-ਪੁੱਟ ਲੋਕਾਂ ਦੇ ਫੁੱਟ ਪਾਉਣ ਦੇ ਬਾਵਜੂਦ ਕਿਵੇਂ ਇਕੱਠੇ ਰਹਿਣਾ, ਕਿਵੇਂ ਪੀਸਫੁਲ ਹੋਣਾ, ਸਾਰੇ ਦਬਾਅ ਕਿਵੇਂ ਪਾਸੇ ਰੱਖਣੇ ਨੇ, ਉਹਨਾਂ ਦਬਾਵਾਂ ਨੂੰ ਕਿਵੇਂ ਝੱਲਣਾ ਹੈ, ਤੇ ਕਿਸ ਤਰੀਕੇ ਨਾਲ। ਤੁਸੀਂ, ਮੈਨੂੰ ਲੱਗਦਾ ਇੱਕ ਸਦੀ ਹੋ ਗਈ ਹੈ ਜੇ ਅਸੀਂ ਦੇਖੀਏ ਤੇ 1920 ਤੋਂ 25 ਤੱਕ ਦੇ ਜਿਹੜੇ ਮੋਰਚੇ ਸੀ ਪੰਜਾਬ ਦੀ ਧਰਤੀ ਤੇ, ਨਨਕਾਣਾ ਸਾਹਿਬ ਦਾ, ਗੁਰੂ ਕੇ ਬਾਗ ਦਾ, ਪੰਜਾ ਸਾਹਿਬ ਦਾ, ਵੱਖ-ਵੱਖ ਟਾਈਪ ਦੇ ਜਿਹੜੇ ਤਰੀਕੇ ਦੀ ਉਹ ਪੀਸਫੁਲ ਮੋਰਚਿਆਂ ਨੇ ਜਿੱਤਾਂ ਹਾਸਲ ਕੀਤੀਆਂ ਸੀ, ਸ਼ਾਇਦ ਪੂਰੀ ਸਦੀ ਹੋ ਗਈ ਹੈ ਲਗਭਗ ਇਹ ਜਿੱਤ ਦਿਖਾਈ ਦੇ ਰਹੀ ਹੈ। ਉਹਦੀ ਲੜੀ 'ਚ ਜੁੜਦੀ ਹੈ। ਜਦੋਂ ਇਤਿਹਾਸ ਤੇ ਮੌਜੂਦਾ ਢੰਗ ਤਰੀਕੇ ਵੀ ਜੁੜਦੇ ਨੇ, ਉਹ ਸਪਿਰਿਟ ਵੀ ਜੁੜਦੀ ਹੋਵੇ, ਤੇ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਦੇ ਇਰਦ ਗਿਰਦ। ਔਰ ਤੁਸੀਂ ਦੇਖੋ ਸਿਧਾਂਤ ਕਿਵੇਂ ਵਰਤਦਾ ਉੱਥੇ ਉੱਥੇ ਵਰਤਦਾ ਕਿ ਸਭ ਲਈ ਲੰਗਰ ਹੈ। ਜਿਹੜਾ ਮੋਰਚੇ 'ਚ ਨਹੀਂ ਹੈ ਉਹਦੀ ਵੀ ਕੋਈ ਪ੍ਰੋਬਲਮ ਨਹੀਂ, ਮਾੜੀ ਮਾੜੀ ਗੱਲ ਤੇ ਰੌਲੇ ਪੈ ਜਾਂਦੇ ਨੇ, ਤੇ ਵੱਡਾ ਜਦੋਂ ਉਦੇਸ਼ ਹੁੰਦਾ ਤਾਂ ਛੋਟੇ ਮੋਟੇ ਰੌਲੇ ਮਾਨੇ ਨਹੀਂ ਰੱਖਦੇ। ਇਸ ਕਰਕੇ ਇਸ ਅੰਦੋਲਨ ਦਾ ਜਿੱਥੇ ਦ੍ਰਿੜਤਾ ਹੈ, ਸ਼ਾਂਤਮਈ ਤਰੀਕਾਕਾਰ ਹੈ, ਉੱਥੇ ਬੰਦਿਆਂ ਦੀ ਮਾਨਸਿਕਤਾ 'ਚ ਜਿਹੜੀ ਤਬਦੀਲੀ ਹੈ ਇਹ ਬਹੁਤ ਵੱਡਾ ਰੋਲ ਪਲੇ ਕਰੂਗੀ ਆਉਣ ਵਾਲੇ ਦਿਨਾਂ ਦੇ ਵਿੱਚ। ਜਿਸ ਤਰ੍ਹਾਂ ਸੰਜਮ ਨਾਲ ਕਿਸਾਨਾਂ ਨੇ ਸੰਘਰਸ਼ ਲੜਿਆ, ਲੋਕਾਂ ਦੀਆਂ ਸਭ ਲੋੜਾਂ ਬਿਸਤਰਿਆਂ ਤੋਂ ਲੈ ਕੇ ਗਰਮੀ ਸਰਦੀ ਮੀਂਹ ਉੱਥੇ ਵਰਿਆ ਲੋਕਾਂ ਦੇ ਉੱਤੇ। ਲੋਕਾਂ ਨੇ ਮੌਸਮਾਂ ਦਾ ਕਹਿਰ ਝੱਲਿਆ, ਲੋਕਾਂ ਨੇ ਸਰਕਾਰਾਂ ਦਾ ਤੇ ਵਿਰੋਧੀ ਅਨਸਰਾਂ ਦਾ, IT ਸੈੱਲਾਂ ਦਾ, ਸਭ ਦਾ ਕਹਿਰ ਝੱਲਿਆ। ਆਖਰੀ ਸਵਾਲ ਮੇਰਾ ਕਿ ਸਾਡੇ ਪੰਜਾਬ ਦੀ, ਸਾਡੇ ਗੁਆਂਢੀ ਸੂਬਿਆਂ ਦੀ ਤੇ ਪੂਰੇ ਮੁਲਕ ਦੀ ਸਿਆਸਤ ਤੇ ਇਹਦਾ ਸਾਰੇ ਕਾਸੇ ਦਾ ਕੀ ਅਸਰ ਪਏਗਾ? ਬਿਲਕੁਲ ਅਸਰ ਪਏਗਾ। ਮੈਨੂੰ ਇਹ ਲੱਗਦਾ ਕਿ ਸਿਆਸੀ ਅਸਰ ਕਰਕੇ ਹੀ ਇਹ ਵਾਪਸ ਹੋਏ ਨੇ। ਜੇ ਸਿਆਸਤ ਤੇ ਅਸਰ ਨਾ ਹੁੰਦਾ ਤਾਂ ਸ਼ਾਇਦ ਇਹਨਾਂ ਨੇ ਵਾਪਸ ਨਹੀਂ ਸੀ ਹੋਣਾ। ਹੁਣ ਬਾਕੀ ਜਗ੍ਹਾ ਤਾਂ ਅੰਦੋਲਨ ਨੇ ਫੈਸਲਾ ਹੀ ਕੀਤਾ ਹੋਇਆ ਸੀ। ਬੀਜੇਪੀ ਨੇ ਆਪਣੀ ਚਮੜੀ ਬਚਾਉਣ ਦੀ ਟਰਾਈ ਕੀਤੀ ਕਿ ਬੀਜੇਪੀ ਹਰਾਓ, ਹੋਰ ਜਿਹਨੂੰ ਮਰਜ਼ੀ ਜਿਤਾ ਦਿਓ। ਉੱਥੇ ਅਸਰ ਤਾਂ ਦਿਖਾਈ ਦੇ ਰਿਹਾ ਹੈ। ਦੂਜੀ ਗੱਲ ਇਹ ਹੈ ਕਿ ਹੁਣ ਪੰਜਾਬ ਹੈ ਸਭ ਤੋਂ ਬੜਾ, ਜਿੱਥੇ ਪੰਜਾਬ ਦੇ ਵਿੱਚ ਹਜੇ ਮਤਲਬ ਬੀਜੇਪੀ ਦੀ ਉਸ ਪੱਧਰ ਦੀ ਪੋਜੀਸ਼ਨ ਨਹੀਂ ਹੈ, ਤੇ ਪੰਜਾਬ ਦੇ ਲੋਕ ਅੰਦੋਲਨ 'ਚੋਂ ਕੋਈ ਨਵੀਂ ਸਿਆਸਤ ਲੱਭ ਰਹੇ ਨੇ, ਤਲਾਸ਼ ਰਹੇ ਨੇ। ਹੁਣ ਮੈਨੂੰ ਲੱਗਦਾ ਹੈ ਕਿ ਅੰਦੋਲਨ 'ਚੋਂ ਵਾਪਸ ਆ ਕੇ ਜੇ ਇਹ ਜਿੱਤ ਕੇ ਆਉਂਦਾ ਜਦੋਂ, ਤਾਂ ਇਹ ਅੰਦੋਲਨ ਦਾ ਔਰਾ ਹੋਰ ਹੋਊਗਾ, ਹੋਰ ਵੱਧ ਜਾਊਗਾ ਪੰਜਾਬ ਦੇ ਵਿੱਚ। ਤਾਂ ਨਵੇਂ ਸਿਆਸੀ ਸਮੀਕਰਨ ਬਣਨ ਦੀਆਂ ਸੰਭਾਵਨਾਵਾਂ ਪਹਿਲਾਂ ਕਿਸੇ ਵੀ ਸਮੇਂ ਨਾਲੋਂ ਜ਼ਿਆਦਾ ਹੋ ਗਈਆਂ ਨੇ ਇਸ ਸਮੇਂ। ਕਿ ਲੋਕ ਕੀ ਕਰਨ, ਕੀ ਕੋਈ ਇਹ ਅਲੱਗ ਗਰੁੱਪ ਬਣੇਗਾ, ਕੀ ਕੁਝ ਆਗੂ ਕਿਸੇ ਹੋਰਾਂ ਪਾਰਟੀਆਂ 'ਚ ਚਲੇ ਜਾਣਗੇ, ਮਤਲਬ ਕਰਨਗੇ ਕੀ, ਇਹ ਸਾਰਾ ਸੈਟਅਪ ਦੇਖਣਾ ਪਏਗਾ। ਔਰ ਪਰ ਸ਼ਰਤ ਮੈਨੂੰ ਲੱਗਦਾ ਕਿ ਇਹ ਜਥੇਬੰਦੀਆਂ ਜੇ ਮਿਲ ਕੇ ਬੈਠ ਕੇ ਸੋਚਣਗੀਆਂ, ਹੁਣ ਜਿਹੜਾ ਵਿਹਲਾ ਟਾਈਮ ਆਏਗਾ ਉਹਦੇ 'ਚ ਅਜੇ ਟਾਈਮ ਹੁਣ ਬਚ ਗਿਆ, ਇਹਨਾਂ ਕੋਲ ਹੈਗਾ ਮਹੀਨਾ 20 ਦਿਨ ਜਿਹੜੇ ਸੋਚਣ ਦੇ, ਤਾਂ ਪੰਜਾਬ ਦੀ ਉਮੀਦ ਨੂੰ ਵੀ ਅੱਗੇ, ਪੋਲੀਟੀਕਲ ਉਮੀਦ ਨੂੰ ਵੀ ਫੁੱਲ ਲੱਗਣਗੇ। ਇਹ ਜ਼ਰੂਰ, ਇਹ ਸੰਭਾਵਨਾ ਪਹਿਲਾਂ ਨਾਲੋਂ ਜ਼ਿਆਦਾ ਵੱਧ ਗਈ ਹੈ। ਸੋ ਹਮੀਰ ਸਿੰਘ ਹੋਰਾਂ ਨੇ ਆਸ ਪ੍ਰਗਟਾਈ ਹੈ ਕਿ ਲੋਕਾਂ ਦੀਆਂ ਆਸਾਂ ਨੂੰ ਬੂਰ ਪਏਗਾ, ਲੋਕਾਂ ਦੀਆਂ ਆਸਾਂ ਨੂੰ ਫੁੱਲ ਪੈਣਗੇ, ਤੇ ਜਿਹੜਾ ਸਟੇਟ ਦਾ ਚਿਹਰਾ ਕਾਰਪੋਰੇਟ ਪੱਖੀ ਹੁੰਦਾ ਜਾ ਰਿਹਾ ਸੀ ਉਹ ਕਲਿਆਣਕਾਰੀ ਸਾਬਤ ਹੋਏਗਾ। ਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਜਿਹੜੇ ਲੋਕਾਂ ਨੂੰ ਅੱਤਵਾਦੀ, ਵੱਖਵਾਦੀ ਜਾਂ ਖਾਲਿਸਤਾਨੀ ਕਿਹਾ ਜਾ ਰਿਹਾ ਸੀ, ਜਾਂ ਲੜਾਕੇ ਜੇ ਕਿਹਾ ਜਾਂਦਾ ਸੀ, ਝਗੜਾਲੂ ਕਿਸਮ ਦੇ, ਬੜੀ ਸ਼ਰਾਬੀ ਨਸ਼ਈ ਇਹ ਕਿਹਾ ਜਾਂਦਾ ਸੀ, ਤੇ ਪੂਰੀ ਦੁਨੀਆ ਨੇ, ਪੂਰੇ ਮੁਲਕ ਨੇ ਦੇਖਿਆ ਕਿ ਪੱਗਾਂ ਵਾਲੇ ਲੋਕ ਇਸ ਤਰ੍ਹਾਂ ਦੇ ਨਹੀਂ,
ਉਹ ਬਹੁਤ ਦਿਆਲੂ ਨੇ, ਉਹ ਕਿਰਤੀ ਨੇ, ਮਿਹਨਤੀ ਨੇ, ਤੇ ਉਹ ਸਾਰੀ ਦੁਨੀਆ ਨੂੰ ਜੋੜਨ ਦੀ ਸਮਰੱਥਾ ਰੱਖਦੇ ਨੇ, ਪੂਰੇ ਮੁਲਕ ਨੂੰ। ਪੂਰੇ ਮੁਲਕ ਵਿੱਚ ਸਾਡੇ ਲੀਡਰ ਜਾਂਦੇ ਰਹੇ ਨੇ ਤੇ ਪੂਰੇ ਮੁਲਕ ਦੇ ਵਿਦਿਆਰਥੀ, ਕਾਰਕੁਨ, ਵੱਖ-ਵੱਖ ਜਥੇਬੰਦੀਆਂ ਦੇ ਲੋਕ ਅਤੇ ਕਿਸਾਨ ਆਗੂ ਪੂਰੇ ਮੁਲਕ ਵਿੱਚੋਂ ਆ ਕੇ, ਖਾਸ ਕਰ ਔਰਤਾਂ, ਉਹ ਆ ਕੇ ਕਿਸਾਨ ਧਰਨਿਆਂ ਵਿੱਚ ਸ਼ਾਮਲ ਹੁੰਦੇ ਰਹੇ ਨੇ ਤੇ ਉਹਨਾਂ ਨੇ ਵੀ ਇਹਨਾਂ ਦਾ ਅਕਸ ਲਿਆ। ਸੋ ਇਸ ਅੰਦੋਲਨ ਨੇ ਇੱਕ ਤਰ੍ਹਾਂ ਜੋੜਨ ਦਾ ਕੰਮ ਕੀਤਾ ਤੇ ਹਮੀਰ ਸਿੰਘ ਹੋਰਾਂ ਨੇ ਬਹੁਤ ਸੋਹਣੀਆਂ ਆਪਾਂ ਨੂੰ ਗੱਲਾਂ ਦੱਸੀਆਂ ਨੇ। ਇਹਦੇ ਜਿਹੜੇ ਵੱਖਰੀ ਤਰ੍ਹਾਂ ਦੇ ਮਾਅਨੇ ਕੀ ਨੇ। ਹਮੀਰ ਸਿੰਘ ਜੀ, ਤੁਸੀਂ ਸਾਡੇ ਸਟੂਡੀਓ ਵਿੱਚ ਆਏ ਟੀਵੀ ਪੰਜਾਬ ਦੇ ਵਿੱਚ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਮਿਹਰਬਾਨੀ। ਸੋ ਤੁਸੀਂ ਟੀਵੀ ਪੰਜਾਬ ਦੇਖਦੇ ਰਹੋ। ਅੱਜ ਹਰ ਤਰ੍ਹਾਂ ਦੀ ਤੁਹਾਡੇ ਕੋਲੇ, ਹਰ ਤਰ੍ਹਾਂ ਦੀ ਅੱਜ ਦੀਆਂ ਖਾਸ ਤਰ੍ਹਾਂ ਦੀਆਂ ਜਾਣਕਾਰੀਆਂ ਲੈ ਕੇ ਤੁਹਾਡੇ ਕੋਲੇ ਅਸੀਂ ਹਾਜ਼ਰ ਹੁੰਦੇ ਰਵਾਂਗੇ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।